ਇਨਕੁਆਇਰੀ ਹੋਣੀ ਬਣਦੀ ਹੈ, ਕਿਸੇ ਨੇ ਪੁੱਛਿਆ करो, डट के करो और कोई रिजल्ट निकलना चाहिए, अननेसेसरी हरासमेंट ना आए। ਚਰਨਜੀਤ ਚੰਨੀ ਹੋਰਾਂ ਦਾ ਲੱਗਦਾ ਨਹੀਂ ਹੈਗਾ ਵੀ ਦੁਬਾਰੇ ਫੇਰ, ਹਾਲਾਂਕਿ ਚਰਚਾ 'ਚ ਤਾਂ ਹਮੇਸ਼ਾ ਹੀ ਚੰਨੀ ਰਹਿੰਦੇ ਨੇਗੇ ਆਪਦੇ ਜਿਸ ਤਰ੍ਹਾਂ ਦਾ ਉਹਨਾਂ ਦਾ ਲਾਈਫ ਸਟਾਈਲ ਹੈਗਾ, ਪਰ ਕਿਤੇ ਨਾ ਕਿਤੇ ਸਵਾਲ ਲੋਕ ਖੜੇ ਕਰਨ ਲੱਗੇ ਕਿ ਆਖਰ ਇੰਨਾ ਖਰਚਾ ਕਰਨ ਦੀ ਲੋੜ ਕੀ ਸੀ। देखो हर किसी ਦੇ अपनी अपनी सोच होंदी है कि किस तरीके ਦੇ ਨਾਲ ਉਹਨਾਂ ਨੇ ਕੰਮ ਕਰਨਾ ਹੈਗਾ। ਕੋਈ ਚੰਨੀ ਸਾਹਿਬ ਕੋਈ ਪਹਿਲੀ ਵਾਰੀ ਇਸ ਤਰ੍ਹਾਂ ਅੱਗੇ ਆ ਕੇ ਕੋਈ ਕੰਮ ਨਹੀਂ ਕਰਨ ਲੱਗੇ। ਮੇਰੇ ਖਿਆਲ ਦੇ ਵਿੱਚ ਉਹ ਇਨਸਾਨ ਨੇ ਜਿਨ੍ਹਾਂ ਨੇ ਆਜ਼ਾਦ ਇਲੈਕਸ਼ਨ ਲੜ ਕੇ ਆਪਣੀ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ। ਹਰ ਇੱਕ ਪਿੰਡਾਂ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਔਰ ਜਦੋਂ ਦੇ ਵਾਪਸ ਆਏ ਨੇ ਅਮਰੀਕਾ ਤੋਂ ਹਰ ਕੋਈ ਵਰਕਰ ਘਰਾਂ ਚੋਂ ਨਿਕਲ ਕੇ ਉਹਨਾਂ ਨੂੰ ਮਿਲਣ ਲਈ ਆ ਰਹੇ ਨੇ। ਉਹਨੇ ਜਿਸ ਤਰ੍ਹਾਂ ਦੇ ਨਾਲ ਡਿਟੇਲ ਕੰਪਲੀਟ ਕੀਤੀ ਹੈਗੀ ਸਾਰੇ ਖਰਚੇ ਦਿਖਾਉਂਦੇ ਹੋਏ, ਤੁਹਾਨੂੰ ਲੱਗਦਾ ਵੀ ਚੰਨੀ ਦੀ ਸਮੱਸਿਆਵਾਂ ਵਧਣਗੀਆਂ ਤੇ ਨਾਲ ਕਾਂਗਰਸ ਤੇ ਵੀ ਸਵਾਲ ਉੱਠਣਗੇ। ਜਦੋਂ ਆਪਣੀਆਂ ਨਾਕਾਮੀਆਂ ਸਾਬਤ ਹੋਣ ਜਾਂ ਫਿਰ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣਾ ਚਾਹੁੰਦੇ ਹੋਣ ਤੇ ਉਹਨਾਂ ਨੂੰ ਹਾਰ ਕੇ ਕਾਂਗਰਸ ਦਾ ਸਹਾਰਾ ਹੀ ਲੱਭਦਾ। ਕੋਈ ਦੱਸੋ ਜਿੰਨੇ ਵੀ ਹੁਣ ਅੱਜ ਤੱਕ ਕੋਈ ਕਾਰਵਾਈ ਕੀਤੀਆਂ, ਕੋਈ ਗਿਲਜੀਆਂ ਸਾਹਿਬ ਤੇ ਕੀਤੀਆਂ ਹੈਗੀਆਂ ਜਾਂ ਫਿਰ ਸਾਧੂ ਸਿੰਘ ਧਰਮਸੋਤ ਜੀ ਤੇ ਕੀਤੀਆਂ ਹੈਗੀਆਂ, ਦੱਸੋ ਹੁਣ ਤੱਕ ਕਿੱਥੇ ਕਨਵਿਕਸ਼ਨ ਹੋਈ ਹੈ ਕਿਸੇ ਜੱਜ ਸਾਹਿਬ ਦੀ ਕੋਈ ਕਨਵਿਕਸ਼ਨ। ਅਨਨੈਸੈਸਰੀ ਹਰਾਸ ਕੀਤਾ ਜਾ ਰਿਹਾ। ਵਾਟ ਅਬਾਊਟ ਸਰਾਰੀ ਜੀ, ਫੌਜਾ ਸਿੰਘ ਸਰਾਰੀ ਜੀ ਤੇ ਜਿਹੜੀਆਂ ਇੰਨੀਆਂ ਕੰਪਲੇਂਟਾਂ ਹੋ ਰਹੀਆਂ, ਇੰਨੀਆਂ ਆਡੀਓ ਜਿਹੜੀ ਉਹਨਾਂ ਦੀ ਲੀਕ ਹੋਈਆਂ, ਉਹਨਾਂ ਦੇ OSD ਤੱਕ ਨੇ ਉਹਨਾਂ ਦੀਆਂ ਕੰਪਲੇਂਟਾਂ ਕੀਤੀਆਂ। ਅੱਜ ਰਾਤੋਂ ਰਾਤ OSD ਦੇ ਨਾਲ ਮੀਟਿੰਗਾਂ ਕਰਕੇ ਤੁਸੀਂ ਪਰਦਾ ਪਾਉਣ ਦੀ ਕੋਸ਼ਿਸ਼ਾਂ ਕਰ ਰਹੇ ਹੋ। ਕਾਂਗਰਸ ਦੇ ਹੀ ਜਿਹੜੇ ਨੇ ਕਿ ਲਗਾਤਾਰ ਮਿਨਿਸਟਰਾਂ ਦੇ ਨਾਂ ਨੇ, ਉਦੋਂ ਪਹਿਲਾਂ ਹਾਲਾਂਕਿ ਕੱਲ੍ਹ ਜਨਮੇਜਰ ਸਿੰਘ ਸੇਖੋਂ ਤੋਂ ਪੁੱਛਗਿੱਛ ਤਾਂ ਹੋਈ ਆ, ਪਰ ਇਹ ਤਾਂ ਨਹੀਂ ਹੋਊਗਾ ਕਿਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਟ੍ਰੈਂਡ ਇਹ ਚੇਂਜ ਕਰਕੇ ਦਿਖਾ ਦੇ ਕਿ ਠੀਕ ਹੈ ਜਿੰਨੇ ਪੁਰਾਣੇ ਨੇ ਗਲਤ ਕਰਿਆ ਸੀ ਅਸੀਂ ਸਾਰਿਆਂ ਦੇ ਖਿਲਾਫ ਕਾਰਵਾਈ ਕਰਤੀ, ਹੁਣ ਸਾਫ਼ ਸੁਥਰਾ ਸਿਸਟਮ ਚੱਲੂ। ਕੀ ਕਰੂਗਾ ਪਹਿਲੇ ਹੁਣ ਦੱਸੋ, 1 ਸਾਲ ਪੂਰਾ ਹੋ ਗਿਆ, ਅਗਰ ਇੰਨੀਆਂ ਕਾਰਵਾਈਆਂ ਕਰਨੀਆਂ ਬਣਦੀਆਂ ਹੁੰਦੀਆਂ ਤੇ ਕਿਉਂ ਨਹੀਂ ਅੱਗੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਪ੍ਰੂਫ ਪੇਸ਼ ਕਰੋ। ਅਵਤਾਰ ਸਿੰਘ ਸੰਧਵਾ ਜੀ ਜਿਹੜੇ ਕਹਿੰਦੇ ਸੀਗੇ ਮੈਂ 40 ਦਿਨਾਂ ਦੇ ਅੰਦਰ ਮੈਂ ਜਿਹੜੇ ਗੁਰੂ ਦੀ ਬੇਅਦਬੀ ਹੋਈ ਹੈ ਉਹਨੂੰ ਮੈਂ ਸਾਹਮਣੇ ਲਿਆ ਕੇ ਰੱਖਾਂਗਾ, ਨਹੀਂ ਤੇ ਮੈਂ ਗੁਰੂ ਦੇ ਨਾਲ ਪਹਿਲੀਆਂ ਸਰਕਾਰਾਂ ਦੇ ਨਾਲ ਬਾਅਦ ਵਿੱਚ ਆ। ਹੁਣ ਕਿੱਥੇ ਗਏ ਗੁਰੂ ਦੇ ਜਿਹੜੇ ਸੋਚ ਸੀਗੀ। ਚਰਨਜੀਤ ਚੰਨੀ ਨੂੰ ਲੈ ਕੇ ਜੇ ਕਹੀਏ ਇੱਕ ਵਾਰੀ ਫੇਰ ਤੋਂ ਇਹਨੂੰ ਵਿਵਾਦ ਕਹੀਏ ਜਾਂ ਸਿਆਸੀ ਤੌਰ ਤੇ ਜਿਸ ਤਰ੍ਹਾਂ ਦੀ ਹਲਚਲ ਖੜੀ ਹੋਈ ਆ, ਤਾਂ ਉਹਦੇ ਵਿੱਚ ਆਖਰਕਾਰ ਕਾਂਗਰਸ ਦਾ ਕੀ ਸਟੈਪ ਰਹੂਗਾ ਤੇ ਨਾਲ ਜੇ ਗੱਲ ਕਹੀ ਜਾਵੇ ਜਿਸ ਤਰ੍ਹਾਂ ਦੇ ਸਵਾਲ ਉੱਠੇ ਨੇ, ਕਿਉਂਕਿ ਉਹਨਾਂ ਸਵਾਲਾਂ ਦੇ ਵਿੱਚ ਸਿੱਧੇ ਤੌਰ ਤੇ ਜਾਪਦਾ ਹੈ ਕਿ ਇੰਨਾ ਵੱਡਾ ਖਰਚਾ ਆਖਰਕਾਰ ਇੱਕ ਮੁੱਖ ਮੰਤਰੀ ਰਹਿੰਦੇ ਹੋਏ ਉਸ ਸਮੇਂ ਦੇ ਦੌਰਾਨ ਕਰਨਾ ਕਿਉਂ ਵਾਜਿਬ ਲੱਗਦਾ ਸੀਗਾ, ਜਾਂ ਫਿਰ ਜੇ ਦੇਖਿਆ ਜਾਵੇ ਕੀਤਾ ਤਾਂ ਅੱਜ ਫਿਰ ਉਹ ਸਮੱਸਿਆਵਾਂ ਵੱਧਦੀਆਂ ਨੇਗੀਆਂ। ਸਾਡੇ ਨਾਲ ਕਾਂਗਰਸ ਦੇ ਸਪੋਕਸਪਰਸਨ ਹੈਗੇ ਨੇ ਟੀਨਾ ਚੌਧਰੀ। ਮੈਡਮ ਦੇਖੀਏ ਚਰਨਜੀਤ ਚੰਨੀ ਹੋਰਾਂ ਦਾ ਲੱਗਦਾ ਨਹੀਂ ਹੈਗਾ ਵੀ ਦੁਬਾਰੇ ਫੇਰ, ਹਾਲਾਂਕਿ ਚਰਚਾ 'ਚ ਤਾਂ ਹਮੇਸ਼ਾ ਹੀ ਚੰਨੀ ਰਹਿੰਦੇ ਨੇਗੇ ਆਪਦੇ ਜਿਸ ਤਰ੍ਹਾਂ ਦਾ ਉਹਨਾਂ ਦਾ ਲਾਈਫ ਸਟਾਈਲ ਹੈਗਾ, ਪਰ ਕਿਤੇ ਨਾ ਕਿਤੇ ਸਵਾਲ ਲੋਕ ਖੜੇ ਕਰਨ ਲੱਗੇ ਕਿ ਆਖਰ ਇੰਨਾ ਖਰਚਾ ਕਰਨ ਦੀ ਲੋੜ ਕੀ ਸੀ। ਦੇਖੋ ਹਰ ਕਿਸੇ ਦੇ ਆਪਣੀ ਸੋਚ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕੰਮ ਕਰਨਾ ਹੈਗਾ। ਕੋਈ ਚੰਨੀ ਸਾਹਿਬ ਕੋਈ ਪਹਿਲੀ ਵਾਰੀ ਇਸ ਤਰ੍ਹਾਂ ਅੱਗੇ ਆ ਕੇ ਕੋਈ ਕੰਮ ਨਹੀਂ ਕਰਨ ਲੱਗੇ। ਮੇਰੇ ਖਿਆਲ ਦੇ ਵਿੱਚ ਉਹ ਇਨਸਾਨ ਨੇ ਜਿਨ੍ਹਾਂ ਨੇ ਆਜ਼ਾਦ ਇਲੈਕਸ਼ਨ ਲੜ ਕੇ ਆਪਣੀ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ। ਬਹੁਤ ਵੱਡੀ ਗੱਲ ਹੈ, ਕੋਈ ਛੋਟੀ ਗੱਲ ਨਹੀਂ। ਅੱਜ ਦੇ ਲੀਡਰ ਨਹੀਂ ਹੈ, ਬਹੁਤ ਪੁਰਾਣੇ ਵਰਕਰ ਨੇ। ਹਰ ਇੱਕ ਪਿੰਡਾਂ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਔਰ ਜਦੋਂ ਦੇ ਵਾਪਸ ਆਏ ਨੇ ਅਮਰੀਕਾ ਤੋਂ ਹਰ ਕੋਈ ਵਰਕਰ ਘਰਾਂ ਚੋਂ ਨਿਕਲ ਕੇ ਉਹਨਾਂ ਨੂੰ ਮਿਲਣ ਲਈ ਆ ਰਹੇ ਨੇ। ਪਿਆਰ ਉਹਨਾਂ ਹੀ ਬਰਕਰਾਰ ਹੈ ਔਰ ਕੰਮ ਵੀ ਕਰਦੇ ਨੇ, ਕੋਈ ਨਵੇਂ ਨਹੀਂ ਹੈਗੇ। ਪਰ ਲੱਗਦਾ ਆਮ ਆਦਮੀ ਪਾਰਟੀ ਨੂੰ ਤਾਂ ਖਟਕ ਗਿਆ। ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਜੇ ਦੇਖਿਆ ਜਾਵੇ, ਇਹ ਸਰਕਾਰ ਦੀ ਤਾਂ ਗੱਲ ਕਰੀ, ਆਮ ਆਦਮੀ ਪਾਰਟੀ ਦਾ ਜ਼ਿਕਰ ਤਾਂ ਕਰਿਆ ਕਿਉਂਕਿ ਇਸੇ ਸਮੇਂ ਦੇ ਦੌਰਾਨ ਸ਼ਿਕਾਇਤ ਆਉਂਦੀ ਹੈ। ਉਹ ਸ਼ਿਕਾਇਤਕਰਤਾ ਦਾ ਭਰੋਸਾ ਆਮ ਆਦਮੀ ਪਾਰਟੀ ਤੇ ਸੀ ਕਿ ਆਖਰਕਾਰ ਉਹਨੂੰ ਲੱਗਾ ਵੀ ਹੁਣ ਕਾਰਵਾਈ ਹੋ ਸਕਦੀ ਹੈ ਤੇ ਉਹਨੇ ਜਿਸ ਤਰ੍ਹਾਂ ਦੇ ਨਾਲ ਡਿਟੇਲ ਕੰਪਲੀਟ ਕੀਤੀ ਹੈਗੀ ਸਾਰੇ ਖਰਚੇ ਦਿਖਾਉਂਦੇ ਹੋਏ, ਤੁਹਾਨੂੰ ਲੱਗਦਾ ਵੀ ਚੰਨੀ ਦੀ ਸਮੱਸਿਆਵਾਂ ਵਧਣਗੀਆਂ ਤੇ ਨਾਲ ਕਾਂਗਰਸ ਤੇ ਵੀ ਸਵਾਲ ਉੱਠਣਗੇ। ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰੀਕੇ ਨਾਲ ਪੰਜਾਬ 'ਚ ਕੰਮ ਕਰ ਰਹੀ ਹੈ ਅਸੀਂ ਵੀ ਜਾਣਦੇ ਹਾਂ। ਇੱਕ ਨੌਨ ਐਕਸਪੀਰੀਅੰਸ ਨੌਨ ਪ੍ਰੋਫੈਸ਼ਨਲ ਲੋਕਾਂ ਦੇ ਹੱਥ ਸਾਡੇ ਸੂਬਾ ਜਿਹੜਾ ਅੱਜ ਉਹਨਾਂ ਦੇ ਹੱਥਾਂ ਵਿੱਚ ਦੇ ਚੁੱਕੇ ਆ ਔਰ ਉਹ ਕੰਮ ਕਰ ਰਹੇ ਨੇ। ਜਦੋਂ ਆਪਣੀਆਂ ਨਾਕਾਮੀਆਂ ਸਾਬਤ ਹੋਣ ਜਾਂ ਫਿਰ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣਾ ਚਾਹੁੰਦੇ ਹੋਣ ਤੇ ਉਹਨਾਂ ਨੂੰ ਹਾਰ ਕੇ ਕਾਂਗਰਸ ਦਾ ਸਹਾਰਾ ਹੀ ਲੱਭਦਾ ਕਿ ਕਿਸ ਤਰੀਕੇ ਦੇ ਨਾਲ ਆਪਣੇ ਮੁੱਦਿਆਂ ਤੇ ਭੜਕਾਇਆ ਜਾ ਸਕੇ ਜਾਂ ਫਿਰ ਮੁੱਦਿਆਂ ਤੋਂ ਭਟਕਾਇਆ ਜਾ ਸਕੇ। ਔਰ ਕਾਂਗਰਸ ਦੇ ਪਿੱਛੇ ਤੇ ਬੜੇ ਹੱਥ ਧੋ ਕੇ ਪਏ ਹੋਏ ਨੇ ਕਿ ਕਿਸ ਤਰੀਕੇ ਨਾਲ ਕੋਈ ਦੱਸੋ ਜਿੰਨੇ ਵੀ ਹੁਣ ਅੱਜ ਤੱਕ ਕੋਈ ਕਾਰਵਾਈ ਕੀਤੀਆਂ, ਕੋਈ ਗਿਲਜੀਆਂ ਸਾਹਿਬ ਤੇ ਕੀਤੀਆਂ ਹੈਗੀਆਂ ਜਾਂ ਫਿਰ ਸਾਧੂ ਸਿੰਘ ਧਰਮਸੋਤ ਜੀ ਤੇ ਕੀਤੀਆਂ ਹੈਗੀਆਂ, ਦੱਸੋ ਹੁਣ ਤੱਕ ਕਿੱਥੇ ਕਨਵਿਕਸ਼ਨ ਹੋਈ ਹੈ ਕਿਸੇ ਜੱਜ ਸਾਹਿਬ ਦੀ ਕੋਈ ਕਨਵਿਕਸ਼ਨ। ਅਨਨੈਸੈਸਰੀ ਹਰਾਸ ਕੀਤਾ ਜਾ ਰਿਹਾ ਔਰ ਵਿਦਆਊਟ ਇੰਟਰੋਗੇਸ਼ਨ ਕਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਵਰਕਰਸ ਨੇ ਜਾਂ ਸਾਡੇ ਜਿਹੜੇ ਲੀਡਰਸ ਨੇ ਉਹਨਾਂ ਨਾਲ ਕਿਸ ਤਰ੍ਹਾਂ ਹਰਾਸਮੈਂਟ ਕੀਤੀ ਜਾ ਰਹੀ ਹੈ ਅਸੀਂ ਵੀ ਜਾਣਦੇ। ਆਊਟ ਆਫ ਦਾ ਲਾਅ ਜਾ ਕੇ ਕੰਮ ਕਰ ਰਹੇ ਨੇ। ਅਗਰ ਐਸੀ ਗੱਲ ਸੀਗੀ ਉਹ ਆਫਿਸਰ ਨੇ ਜਦੋਂ ਉਹ ਚੀਜ਼ ਪਹਿਲੇ ਐਨਾਲਾਈਜ਼ ਕੀਤੀ ਸੀ ਉਸ ਟਾਈਮ ਤੇ ਕਿਉਂ ਨਹੀਂ ਕੀਤੀ, ਉਸ ਟਾਈਮ ਤੇ ਕਾਰਵਾਈ ਕਿਉਂ ਨਹੀਂ ਕੀਤੀ? ਐਟਲੀਸਟ ਕੰਪਲੇਂਟ ਹੀ ਪਾ ਦਿੰਦੇ। ਉਹ ਕੰਪਲੀਟ ਨੂੰ ਕਾਪੀ ਕਰਕੇ ਪਰਸਿਊ ਕਰਕੇ ਨੈਕਸਟ ਗਵਰਨਮੈਂਟ
ਦੇ ਹੱਥ 'ਚ ਦੇ ਦਿੰਦੇ, ਐਦਾਂ ਦਾ ਕੰਮ ਕਿਉਂ ਨਹੀਂ ਉਹਨਾਂ ਨੇ ਕੀਤਾ। ਇਹ ਵੀ ਕਹਿ ਸਕਦੇ ਸੀ ਵਾਕਈ ਅਗਰ ਇੰਨੇ ਲਾਇਲ ਸੀਗੇ ਕੰਪਲੇਂਟ ਤਾਂ ਦਾਖਲ ਕਰਾਉਂਦੇ, ਕਹਿ ਸਕਦੇ ਸੀਗੇ ਕਿ ਮੈਂ ਪਹਿਲੇ ਹੀ ਸਰਕਾਰ ਦੇ ਵਿੱਚ ਵੀ ਕੰਪਲੇਂਟ ਪਾਈ ਸੀਗੀ, ਉਦੋਂ ਕਾਰਵਾਈ ਨਹੀਂ ਹੋਈ ਤੇ ਹੁਣ ਕਾਰਵਾਈ ਹੋ ਰਹੀ ਹੈ। ਤੁਹਾਨੂੰ ਲੱਗਦਾ ਕਿ ਆਖਰ ਜਿੰਨੇ ਇਹ ਖਰਚੇ ਦਿਖਾਏ ਗਏ ਨੇ, ਹੁਣ ਇੱਕ ਤਾਂ ਇਹ ਸੀ ਕਿ ਇਹ ਜਿਹੜੀ ਸ਼ਿਕਾਇਤ ਆਈ ਹੈ ਵਿਜੀਲੈਂਸ ਦੇ ਕੋਲੇ, ਦੂਜੇ ਪਾਸੇ ਇਹ ਹੈ ਵੀ ਆਰਟੀਆਈ ਦੇ ਵਿੱਚ ਵੀ ਕਈ ਖੁਲਾਸੇ ਹੋਏ ਨੇ ਕਿ ਆਖਰਕਾਰ ਬਹੁਤ ਲੰਬੇ ਚੌੜੇ ਬਿੱਲ ਨੇਗੇ। ਖੈਰ ਜੇ ਉਹਨਾਂ ਦੀ ਡਿਟੇਲ 'ਚ ਜਾਈਏ, ਪਰ ਆਖਰ ਜਦੋਂ ਇਹ ਸਾਰੇ ਖਰਚੇ ਹੁੰਦੇ ਨੇਗੇ, ਇੱਕ ਲੀਡਰ ਇਹ ਗੱਲ ਕਹਿ ਕੇ ਬਚ ਸਕਦਾ ਕਿ ਉਹਨਾਂ ਦਾ ਸਟਾਫ ਜਾਂ ਡਿਪਾਰਟਮੈਂਟ ਦੇ ਜੋ ਵੀ ਸੀਨੀਅਰ ਮੋਸਟ ਅਫਸਰ ਹੋਣ, ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਦੇਖੋ ਜਦੋਂ ਵੀ ਕੋਈ ਕਮਾਂਡ ਕੌਣ ਦਿੰਦਾ, ਆਫੀਸਰ ਜਿਹੜੇ ਮੇਨ ਅਥਾਰਟੀਜ਼ ਨੇ ਜਾਂ ਫਿਰ ਪੋਲੀਟੀਕਲ ਦੇ ਵਿੱਚ ਨੇ ਜਾਂ ਲੀਡਰਸ ਨੇ, ਉਹੀ ਕਮਾਂਡ ਕਰਦੇ ਨੇ। ਐਟਲੀਸਟ ਇੰਪਲੀਮੈਂਟੇਸ਼ਨ ਤਾਂ ਨੀਚੇ ਐਡਮਿਨਿਸਟ੍ਰੇਸ਼ਨ ਨੇ ਕਰਨੀ ਹੈ ਨਾ। ਔਰ ਰਹੀ ਗੱਲ ਵਿਜੀਲੈਂਸ ਦੀ, ਜਿਹੜੀ ਇਨਕੁਆਇਰੀ ਹੋਣੀ ਹੈ ਉਸ ਤੇ ਇਨਕੁਆਇਰੀ ਤਾਂ ਅਸੀਂ ਰੋਕ ਤਾਂ ਨਹੀਂ ਲਗਾ ਸਕਦੇ। ਇਨਕੁਆਇਰੀ ਹੋਣੀ ਬਣਦੀ ਹੈ, ਕਿਸੇ ਨੇ ਪੁੱਛਿਆ ਕਰੋ, ਡਟ ਕੇ ਕਰੋ ਔਰ ਕੋਈ ਰਿਜ਼ਲਟ ਨਿਕਲਣਾ ਚਾਹੀਦਾ, ਅਨਨੈਸੈਸਰੀ ਹਰਾਸਮੈਂਟ ਨਾ ਹੈ। ਔਰ ਅਗਰ ਇਹੀ ਗੱਲ ਹੈ, ਅਗਰ ਐਦਾਂ ਦੇ ਮੁੱਦੇ ਇਹਨਾਂ ਨੇ ਚੱਕਣੇ ਆ, ਵਾਟ ਅਬਾਊਟ ਸਰਾਰੀ ਜੀ, ਫੌਜਾ ਸਿੰਘ ਸਰਾਰੀ ਜੀ ਤੇ ਜਿਹੜੀਆਂ ਇੰਨੀਆਂ ਕੰਪਲੇਂਟਾਂ ਹੋ ਰਹੀਆਂ, ਇੰਨੀਆਂ ਆਡੀਓ ਜਿਹੜੀਆਂ ਉਹਨਾਂ ਦੀ ਲੀਕ ਹੋਈਆਂ, ਉਹਨਾਂ ਦੇ ਓਐਸਡੀ ਤੱਕ ਨੇ ਉਹਨਾਂ ਦੀਆਂ ਕੰਪਲੇਂਟਾਂ ਕੀਤੀਆਂ। ਅੱਜ ਰਾਤੋਂ ਰਾਤ ਓਐਸਡੀ ਦੇ ਨਾਲ ਮੀਟਿੰਗਾਂ ਕਰਕੇ ਤੁਸੀਂ ਪਰਦਾ ਪਾਉਣ ਦੀ ਕੋਸ਼ਿਸ਼ਾਂ ਕਰ ਰਹੇ ਹੋ। ਜਿਹਦੀ ਆਡੀਓ ਤੱਕ ਨਹੀਂ ਲੀਕ ਹੋਈ ਉਹਨੂੰ ਤੁਸੀਂ ਬਰਖਾਸਤ ਕਰ ਦਿੱਤਾ, ਜਿਹਦੀ ਆਡੀਓ ਲੀਕ ਹੋ ਗਈ ਉਹਨੂੰ ਤੁਸੀਂ ਕੁਝ ਕਾਰਵਾਈ ਨਹੀਂ ਕਰ ਰਹੇ। ਇੰਨਾ ਪ੍ਰੋਟੈਸਟ ਚੱਲਿਆ, ਇੰਨਾ ਸਭ ਕੁਝ ਹੋਇਆ, ਲੋਕਲ ਵਰਕਰਸ ਉਹਨਾਂ ਨੇ ਧਰਨੇ ਤੱਕ ਲਗਾਏ ਗਏ। ਲੋਕਲ ਵਰਕਰਾਂ ਦੇ ਉੱਥੇ ਜਿਹੜੇ ਹਲਕਾ ਦੇ ਜਿਹੜੇ ਬਲਾਕ ਇੰਚਾਰਜਿਸ ਸੀਗੇ ਉਹਨਾਂ ਨੇ ਝੂਠੇ ਪਰਚੇ ਤੱਕ ਕਰਵਾਏ ਗਏ। ਕਿਉਂ ਨਹੀਂ ਉਹਨਾਂ ਤੇ ਕਾਰਵਾਈ ਹੁੰਦੀ ਹੈ? ਜਿਨ੍ਹਾਂ ਤੇ ਕਾਰਵਾਈਆਂ ਕਰਨੀਆਂ ਬਣਦੀਆਂ, ਜੇ ਤੇ ਪ੍ਰੂਵ ਸਾਬਤ ਹੋਏ ਨੇ, ਉਹਦੇ ਤੇ ਕਿਉਂ ਨਹੀਂ ਕੁਝ ਕਰ ਰਹੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ? ਵੀ ਮਾਪਦੰਡ ਵੱਖਰੇ ਵੱਖਰੇ ਨੇ, ਬਿਲਕੁਲ ਹੈਗੇ ਨੇ। ਕਿਸ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ, ਇਹ ਚਾਹੁੰਦੇ ਹੀ ਨਹੀਂ ਹੈਗੇ ਕਿ ਸਾਡੇ ਪੰਜਾਬ ਦੇ ਵਿੱਚ ਕਿ ਕੋਈ ਕੰਮ ਸਿਰੇ ਚੜੇ, ਕੋਈ ਇੰਪਲੀਮੈਂਟੇਸ਼ਨ ਹੋਣ, ਕੋਈ ਪਾਲਿਸੀਆਂ ਚੰਗੀਆਂ ਢੰਗ ਦੀਆਂ ਲਿਆਂਦੀਆਂ ਜਾਣ। ਸਿਵਾਏ ਇਹਦੇ ਇੱਕ ਦੂਸਰੇ ਨੂੰ ਹਰਾਸ ਕਰਨਾ। ਪੰਜਾਬ ਦੇ ਲੋਕੀ ਜਿਹੜੇ ਭੁੱਖੇ ਮਰ ਰਹੇ ਨੇ, ਉਹਨਾਂ ਲਈ ਕੋਈ ਕੰਮ ਕਿਉਂ ਨਹੀਂ ਕਰਦੇ? ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੱਲ ਸੁਣ ਲਓ, ਕਿਸ ਤਰੀਕੇ ਨਾਲ ਕਹਿੰਦੇ ਸੀਗੇ ਅਸੀਂ ਇੰਨਾ ਕਰੋੜ ਰੁਪਏ ਲਿਆਵਾਂਗੇ, 20,000 ਕਰੋੜ ਕਹਿੰਦੇ ਸੀ ਮੈਂ ਸਾਲ 'ਚ ਲੈ ਕੇ ਆਵਾਂਗਾ। ਹੁਣੇ ਥੋੜੇ ਦਿਨ ਪਹਿਲੇ ਹੱਥ ਜੋੜ ਕੇ ਮਾਫੀਆਂ ਮੰਗ ਰਹੇ ਨੇ ਕਿ ਮਾਫ ਕਰ ਦਿਓ, ਮੇਰੇ ਕੋਲ ਕੰਮ ਹੋਇਆ ਨਹੀਂ। ਵਾਟ ਅਬਾਊਟ ਦੋਜ਼ ਪੀਪਲ ਜਿਨ੍ਹਾਂ ਨੇ 1 ਸਾਲ ਪੂਰੇ ਭੁੱਖ ਨਾਲ ਆਪਣੇ ਘਰਾਂ ਦੇ ਵਿੱਚ ਰਾਤਾਂ ਕੱਟੀਆਂ ਨੇ, ਜਿਨ੍ਹਾਂ ਦੀ ਰੋਜ਼ਗਾਰ ਚਲ ਗਏ ਨੇ, ਜਿਨ੍ਹਾਂ ਦੇ ਛੋਟੇ ਛੋਟੇ ਵਪਾਰ ਖਤਮ ਹੋ ਗਏ? ਤੁਸੀਂ ਉਹਨਾਂ ਨੂੰ ਮਾਫ ਕਰੋ ਕਿ ਜੋ ਉਹਨਾਂ ਨੇ ਹਰਾਸ ਕੀਤੇ? ਕੁਝ ਲੋਕਾਂ ਨੇ ਤੇ ਸੁਸਾਈਡ ਵੀ ਕਰ ਲਈ, ਜਿਨ੍ਹਾਂ ਨੂੰ ਇਹਨਾਂ ਨੇ ਇੰਨੇ ਗੰਦੇ ਤਰੀਕੇ ਨਾਲ ਹਰਾਸ ਕੀਤਾ। ਛੋਟੇ ਵਪਾਰੀਆਂ ਤੋਂ ਵੱਡੇ ਵਪਾਰੀਆਂ ਤੋਂ ਲੈ ਕੇ ਉਹਨਾਂ ਨੂੰ ਪੁੱਠੇ ਤਰੀਕੇ ਦੇ ਨਾਲ ਰਾਇਲਟੀਆਂ ਚਾਰਜ ਕਰਕੇ ਕੀ ਕਰ ਰਹੇ ਨੇ? ਪਰ ਉਹ ਕਹਿੰਦੇ ਕੋਰਟ, ਉਹ ਤਾਂ ਖੈਰ ਚਲੋ 20,000 ਕਰੋੜ ਦਾ ਤਾਂ ਕਹਿੰਦੇ ਕੋਰਟ ਦੇ ਜਿਹੜੇ ਜਿਸ ਤਰ੍ਹਾਂ ਦੇ ਨਾਲ ਕੋਰਟ ਨੇ ਰੋਕ ਲਾਈ ਆ, ਉਹ ਚੀਜ਼ਾਂ ਨਹੀਂ ਹੋ ਪਈਆਂ। ਪਰ ਚਰਨਜੀਤ ਚੰਨੀ ਉਦੋਂ ਪਹਿਲਾਂ ਜੇ ਦੇਖਿਆ ਜਾਏ ਨਾ, ਸਾਧੂ ਸਿੰਘ ਧਰਮਸੋਤ, ਜਿਵੇਂ ਤੁਸੀਂ ਵੀ ਜ਼ਿਕਰ ਕਰਿਆ, ਸੰਗਤ ਸਿੰਘ ਗਿਲਜੀਆਂ ਦੀ ਗੱਲ ਹੋਵੇ, ਕਾਂਗਰਸ ਦੇ ਹੀ ਜਿਹੜੇ ਨੇ ਕਿ ਲਗਾਤਾਰ ਮਿਨਿਸਟਰਾਂ ਦੇ ਨਾਂ ਨੇ। ਉਦੋਂ ਪਹਿਲਾਂ ਹਾਲਾਂਕਿ ਕੱਲ ਜਨਮੇਜਰ ਸਿੰਘ ਸੇਖੋਂ ਤੋਂ ਪੁੱਛਗਿੱਛ ਤਾਂ ਹੋਈ ਆ, ਪਰ ਇਹ ਤਾਂ ਨਹੀਂ ਹੋਊਗਾ ਕਿਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਟ੍ਰੈਂਡ ਇਹ ਚੇਂਜ ਕਰਕੇ ਦਿਖਾ ਦੇ ਕਿ ਠੀਕ ਹੈ, ਜਿੰਨੇ ਪੁਰਾਣੇ ਨੇ ਗਲਤ ਕਰਿਆ ਸੀ ਅਸੀਂ ਸਾਰਿਆਂ ਦੇ ਖਿਲਾਫ ਕਾਰਵਾਈ ਕਰਤੀ, ਹੁਣ ਸਾਫ ਸੁਥਰਾ ਸਿਸਟਮ ਚੱਲੂ। ਕੀ ਕਰੂਗਾ ਪਹਿਲੇ ਹੁਣ ਦੱਸੋ? 1 ਸਾਲ ਪੂਰਾ ਹੋ ਗਿਆ, ਅਗਰ ਇੰਨੀਆਂ ਕਾਰਵਾਈਆਂ ਕਰਨੀਆਂ ਬਣਦੀਆਂ ਹੁੰਦੀਆਂ ਤੇ ਕਿਉਂ ਨਹੀਂ ਅੱਗੇ ਸਾਹਮਣੇ ਜੱਜ ਸਾਹਿਬ ਦੇ ਸਾਹਮਣੇ ਪ੍ਰੂਫ ਪੇਸ਼ ਕਰੋ? ਔਰ ਜਿੱਥੇ ਇਹਨਾਂ ਦੇ ਜਿਹੜੇ ਕੁਲਤਾਰ ਸਿੰਘ ਸੰਧਵਾ ਜੀ ਜਿਹੜੇ ਕਹਿੰਦੇ ਸੀਗੇ ਮੈਂ 40 ਦਿਨਾਂ ਦੇ ਅੰਦਰ ਮੈਂ ਜਿਹੜੇ ਗੁਰੂ ਦੀ ਬੇਅਦਬੀ ਹੋਈ ਹੈ ਉਹਨੂੰ ਮੈਂ ਸਾਹਮਣੇ ਲਿਆ ਕੇ ਰੱਖਾਂਗਾ, ਨਹੀਂ ਤੇ ਮੈਂ ਗੁਰੂ ਦੇ ਨਾਲ ਪਹਿਲੇ ਸਰਕਾਰਾਂ ਦੇ ਨਾਲ ਬਾਅਦ ਵਿੱਚ। ਹੁਣ ਕਿੱਥੇ ਗਏ ਗੁਰੂ ਦੇ ਜਿਹੜੇ ਸੋਚ ਸੀਗੀ? ਉਹ ਹੁਣ ਇੰਨੀ ਦੇਰ ਹੋ ਗਈ ਹੈ, 3 ਮਹੀਨੇ ਉੱਪਰ ਟੱਪ ਚੁੱਕੇ ਨੇ, ਹਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਉਹ ਕਰ ਕੀ ਰਹੇ ਨੇ? ਅਗਰ ਐਸੀ ਗੱਲ ਹੈ, ਇਹ ਤੁਹਾਨੂੰ ਲੱਗਦਾ ਹੈ ਕਿ ਕਰਪਸ਼ਨ ਨੂੰ ਤੁਸੀਂ ਖਤਮ ਕਰ ਰਹੇ ਹੋ, ਤੇ ਕੰਮ ਕਰਕੇ ਦਿਖਾਓ ਨਾ, ਕੁਝ ਕਰਕੇ ਦਿਖਾਓ। ਲੋਕਾਂ ਨੂੰ ਲੱਗੇ ਕਿ ਤੁਹਾਨੂੰ ਸਰਕਾਰ, ਲੋਕਾਂ ਨੇ ਮੌਕਾ ਦਿੱਤਾ, ਐਡਾ ਵੱਡਾ ਮੈਂਡੇਟ ਦਿੱਤਾ, ਕੀਤਾ ਕੀ ਅੱਜ ਤੱਕ? ਦੱਸੋ ਮੈਨੂੰ। ਕੋਈ ਐਸੀ ਪਾਲਿਸੀ ਨਹੀਂ ਇੰਪਲੀਮੈਂਟ ਹੋਈ। ਪਹਿਲੀ ਗੱਲ ਤੇ ਪਾਲਿਸੀ ਬਣਾਣੀ ਨਹੀਂ ਆ ਰਹੀ ਇਹਨਾਂ ਨੂੰ, ਬਣਾਣਗੇ ਕਿੱਥੋਂ? ਕਿਉਂਕਿ ਕਮਾਂਡ ਇੱਕ ਤਾਂ ਹੈ ਨਹੀਂ ਹੈ। ਹੁਣ ਰੀਸੈਂਟਲੀ ਤੁਸੀਂ ਦੇਖੋ, ਐਡੀ ਵੱਡੀ ਸੈਕਟਰੀ ਆਫਿਸ ਦੇ ਵਿੱਚ ਕੋਈ ਨਾਨ ਪ੍ਰੋਫੈਸ਼ਨਲ ਬੰਦਾ ਜਾਂ ਫਿਰ ਇੱਕ ਜਿਹਨੂੰ ਕੋਈ ਪੋਸਟ ਤੱਕ ਨਹੀਂ ਮਿਲੀ ਹੋਈ, ਉਹ ਬੰਦਾ ਬੈਠ ਕੇ ਇਹਨੇ ਸੀਨੀਅਰ ਅਫੀਸ਼ੀਅਲ ਦੇ ਵਿੱਚ ਬੈਠ ਕੇ ਮੀਟਿੰਗਾਂ ਦੀ ਤੈਅ ਕਰ ਰਿਹਾ ਔਰ ਫਾਈਨਲਾਈਜੇਸ਼ਨ ਕਰ ਰਿਹਾ। ਰੂਮ ਮਿਲਿਆ ਹੋਇਆ ਉਹਨੂੰ, ਇੱਕ ਕੇਬਲ ਐਕਸਟੈਂਸ਼ਨ ਦੀ ਉਹ ਕਨੈਕਸ਼ਨ ਮਿਲਿਆ ਹੋਇਆ। ਕਿਉਂ ਮਿਲਿਆ ਹੋਇਆ? ਹੂ ਇਜ਼ ਦੈਟ ਪਰਸਨ? ਤੁਸੀਂ ਇੱਕ ਨਾਨ ਪ੍ਰੋਫੈਸ਼ਨਲ, ਨਾਨ ਅਫੀਸ਼ੀਅਲ ਬੰਦੇ ਨੂੰ ਐਡੇ ਵੱਡੇ ਸੈਕਟਰੀਏਟ ਦੇ ਅੰਦਰ ਬਿਠਾ ਰਹੇ ਹੋ। ਕੀ ਚਾਹੁੰਦੇ ਕੀ ਹੋ ਤੁਸੀਂ? ਕਿਉਂਕਿ ਤੁਹਾਡੇ ਆਪਣੇ ਹੀ ਕਨਵੀਨਰ ਨਹੀਂ ਚਾਹੁੰਦੇ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਕੰਮ ਕਰ ਸਕਣ, ਕਿਉਂਕਿ ਉਹ ਪਛਤਾ ਰਹੇ ਨੇ ਕਿ ਮੈਂ ਪੰਜਾਬ ਦਾ ਸੀਐਮ ਕਿਉਂ ਨਹੀਂ ਬਣਿਆ। ਗੱਲ ਸਾਰੀ ਇਹ ਹੈ। ਹੁਣ ਗੱਲ ਇੱਥੇ ਰੁਕਦੀ ਹੈ ਕਿ ਕੌਣ ਕਮਾਂਡ ਕੌਣ ਕਰ ਰਿਹਾ? ਭਗਵੰਤ ਮਾਨ ਕਰਨ, ਕੇਜਰੀਵਾਲ ਕਰਨ, ਰਾਘਵ ਚੱਡਾ ਜੀ ਕਰਨ, ਮਨੀਸ਼ ਸਿਸੋਦੀਆ ਜੀ ਕਰਨ ਕੌਣ? ਪਰ ਹੁਣ ਗੱਲ ਇਹ ਵੀ ਆਖਰਕਾਰ ਫਿਰ ਕਾਂਗਰਸ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਨਾਲ ਖੜੂਗੀ ਚਰਨਜੀਤ ਚੰਨੀ ਦੇ? ਬਿਲਕੁਲ ਅਸੀਂ ਨਾਲ, ਅਸੀਂ ਪੂਰਾ ਨਾਲ ਖੜੇ ਹਾਂ। ਅਸੀਂ ਇਹ ਵੀ ਕਹਾਂਗੇ ਕਿ ਜਿਹੜੀ ਇਨਕੁਆਇਰੀ ਕਰਨੀ ਬਣਦੀ ਹੈ, ਅਸੀਂ ਲਾਅ ਐਂਡ ਆਰਡਰ ਨੂੰ ਕਦੀ ਅਸੀਂ ਵਾਇਲੇਸ਼ਨ ਨਹੀਂ ਕਰਨਾ ਚਾਹੁੰਦੇ, ਪੂਰਾ ਅਸੀਂ ਰਿਸਪੈਕਟ ਕਰਦੇ ਹਾਂ। ਕਰੋ, ਤਰੀਕੇ ਨਾਲ
ਕਰੋ, ਰਿਸਪੈਕਟਫੁਲ ਢੰਗ ਨਾਲ ਕਰੋ, ਇੰਟਰੋਗੇਟ ਕੀਤਾ ਜਾਏ, ਪੁੱਛ-ਗਿੱਛ ਕੀਤਾ, ਬਟ ਹਰਾਸਮੈਂਟ ਨਾ ਕੀਤੀ ਜਾਏ। ਕਨਵਿਕਸ਼ਨ ਜਦੋਂ ਤੱਕ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਵੀ ਸਵਾਲ ਨਾ ਪੁੱਛੇ, ਕੋਈ ਤੱਕ ਇਦਾਂ ਦੇ ਇਲਜ਼ਾਮ ਨਾ ਲਾਏ ਕਿ ਇਹ ਚੀਜ਼ 'ਚ ਅਸੀਂ ਇਹਨੂੰ ਫੜ ਕੇ ਇਦਾਂ ਸਜ਼ਾ ਦਿਲਵਾਈ। ਜਦੋਂ ਤੱਕ ਜੱਜ ਸਾਹਿਬ ਜਾਂ ਆਨਰੇਬਲ ਹਾਈ ਕੋਰਟ ਜਾਂ ਕੋਈ ਵੀ ਸੁਪਰੀਮ ਕੋਰਟ ਕੋਈ ਵੀ ਇਸ ਤੇ ਕੋਈ ਡਿਸੀਜਨ ਨਹੀਂ ਦਿੰਦੀ, ਅਸੀਂ ਆਪਣੇ ਪਾਰਟੀ ਦੇ ਵਰਕਰ ਦੇ ਨਾਲ ਖੜੇ ਹਾਂ। ਅਗਰ ਸਾਡੀ ਪਾਰਟੀ ਦੇ ਵਿੱਚ ਕੋਈ ਵੀ ਕਨਵਿਕਟਡ ਹੁੰਦਾ, ਸਾਡੇ ਵੜਿੰਗ ਸਾਹਿਬ ਜੀ ਨੇ ਕਿਹਾ ਹੈਗਾ, ਅਸੀਂ ਪਾਰਟੀ ਤੋਂ ਉਹਨੂੰ ਸੇਮ ਡੇ ਬਰਖਾਸਤ ਕਰਾਂਗੇ। ਖੈਰ ਕਹਿ ਸਕਦੇ ਹਾਂ ਕਿ ਆਖਰਕਾਰ ਚੰਜੀ ਚੰਨੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਸਵਾਲ ਉੱਠੇ ਤਾਂ ਉਹਨਾਂ ਦੇ ਵਿੱਚ ਇੱਕ ਚੀਜ਼ ਜ਼ਰੂਰ ਹੈ ਕਿ ਪਾਰਟੀ ਨਾਲ ਖੜੀ ਹੈ ਤੇ ਸਟੈਂਡ ਕਰਦੀ ਹੈ, ਪਰ ਨਾਲ ਨਾਲ ਇੰਨਾ ਵੀ ਹੈ ਕਿ ਆਖਰਕਾਰ ਜਿਹੜੇ ਉਹ ਬਿੱਲਾਂ ਨੂੰ ਲੈ ਕੇ ਲੰਬੀ ਫਹਿਰਿਸਤ ਆਈ ਆ, ਉਸ ਚੀਜ਼ ਨੂੰ ਲੈ ਕੇ ਚੰਨੀ ਹਾਲਾਂਕਿ ਖੁਦ ਵੀ ਪਹਿਲਾਂ ਇਸ ਚੀਜ਼ ਦਾ ਡਰ ਜਤਾ ਚੁੱਕੇ ਨੇ ਵੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈਗੀ। ਬਾਰ-ਬਾਰ ਇਹ ਗੱਲ ਕਹਿੰਦੇ ਜਦੋਂ ਉਹ ਨਜ਼ਰ ਆਉਂਦੇ ਨੇ, ਉਦੋਂ ਬਾਅਦ ਦੇਖਣ ਵਾਲੀ ਗੱਲ ਹੁਣ ਇਹ ਕਿ ਆਖਰ ਇਹ ਪੂਰੇ ਮਸਲੇ ਦੇ ਵਿੱਚ ਪਲੜਾ ਕਿਹਦਾ ਭਾਰੀ ਹੋਊਗਾ। ਕਈ ਵਾਰ ਹੁੰਦਾ ਕਿਉਂਕਿ ਅਕਸਰ ਇਹ ਆ ਵੀ ਜਦੋਂ ਰੌਲਾ ਪੈਂਦਾ ਤਾਂ ਉਹਦੇ ਵਿੱਚ ਜਿੱਤੇ ਆਰੋਪ ਲੱਗਦੇ ਨੇ ਉਹ ਕੱਲ੍ਹ ਨੂੰ ਜਦੋਂ ਨਿਖਰ ਕੇ ਆਉਂਦਾ ਤਾਂ ਅੱਗੇ ਵੱਧਦਾ ਹੋਇਆ ਨਜ਼ਰ ਆਉਂਦਾ ਹੈ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।